ਡੀਅਰ ਸਟੂਡੈਂਟ, ਅੱਜ ਅਸੀਂ ਨਵਾਂ ਟੌਪਿਕ ਜਿਹੜਾ ਡਿਸਕਸ ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਸੈਲਫ ਇੰਡਕਸ਼ਨ। ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਨੈਕਸਟ ਟੌਪਿਕ ਆਏਗਾ that will be the mutual induction. First of all, we will discuss what is self induction. ਸੈਲਫ ਇੰਡਕਸ਼ਨ ਜਿਹੜੀ ਹੈ ਇਟ ਇਜ਼ ਅ ਪ੍ਰੋਪਰਟੀ ਆਫ ਏ ਕੋਇਲ। ਇਹ ਕੋਇਲ ਦੀ ਇੱਕ ਪ੍ਰੋਪਰਟੀ ਹੈ। ਆਓ ਇਹਦੀ ਡੈਫੀਨੇਸ਼ਨ ਸਮਝਦੇ ਹਾਂ। ਇਟ ਇਜ਼ ਅ ਪ੍ਰੋਪਰਟੀ ਆਫ ਏ ਕੋਇਲ ਬਾਈ ਵਰਚੂ ਆਫ ਵਿਚ the coil opposes any change in the strength of current by inducing an induced EMF by itself. ਇਸ ਡੈਫੀਨੇਸ਼ਨ ਨੂੰ ਅਸੀਂ ਬੇਟਾ ਸਮਝਣਾ ਹੈ। ਉਹਦੇ ਵਾਸਤੇ ਇੱਕ ਅਸੀਂ ਛੋਟਾ ਜਿਹਾ ਸਰਕਟ ਬਣਾਇਆ। ਆਓ ਇੱਥੋਂ ਅਸੀਂ ਜਿਹੜੀ ਹੈ ਡੈਫੀਨੇਸ਼ਨ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬੇਟਾ ਆ ਸਾਡੇ ਕੋਲ ਇੱਕ ਕੋਇਲ ਹੈ। ਇਸ ਕੋਇਲ ਦੇ ਨਾਲ ਅਸੀਂ ਇੱਕ ਬੈਟਰੀ ਜਿਹੜੀ ਹੈ ਅਟੈਚ ਕਰ ਦਿੱਤੀ ਵਿਦ ਦਾ ਹੈਲਪ ਆਫ ਏ ਕੀ ਕੇ। ਕੋਇਲ ਦੇ ਨਾਲ ਬੈਟਰੀ ਅਟੈਚ ਕੀਤੀ ਹੈ। ਜਦੋਂ ਅਸੀਂ ਕੀ ਪੁੱਟ ਕਰਾਂਗੇ ਤੇ ਕੀ ਹੋਏਗਾ, ਕਰੰਟ ਜਿਹੜਾ ਕੋਇਲ ਦੇ ਵਿੱਚੋਂ ਫਲੋ ਹੋਣਾ ਸ਼ੁਰੂ ਹੋਏਗਾ। ਹਾਂਜੀ ਬੇਟਾ, ਇਹਨਾਂ ਦਾ ਕਲੀਅਰ ਹੈ। ਜਦੋਂ ਕੀ ਪਾਵਾਂਗੇ the current will start increasing. ਜਦੋਂ ਕੋਇਲ ਦੇ ਵਿੱਚੋਂ ਕਰੰਟ ਲੰਘੇਗਾ ਤੇ ਕੋਇਲ ਦੇ ਵਿੱਚ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗਾ। ਪਹਿਲਾਂ ਤੇ ਮੈਗਨੈਟਿਕ ਫੀਲਡ ਨਹੀਂ ਹੈ। ਜਦੋਂ ਕਰੰਟ ਕੋਇਲ ਦੇ ਵਿੱਚੋਂ ਲੰਘੇਗਾ ਕੋਇਲ ਦੇ ਅੰਦਰ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗਾ। ਕਹਿਣ ਦਾ ਮਤਲਬ ਜੇ ਮੈਗਨੈਟਿਕ ਫੀਲਡ ਹੈ ਤੇ ਕੋਇਲ ਦਾ ਏਰੀਆ ਵੀ ਹੈ ਤੇ ਮੈਗਨੈਟਿਕ ਫਲਕਸ ਜਿਹੜਾ ਹੈ ਕੋਇਲ ਦੇ ਨਾਲ ਲਿੰਕ ਹੋਣਾ ਸ਼ੁਰੂ ਹੋਏਗਾ। ਜਦੋਂ ਅਸੀਂ ਕੀ ਨਹੀਂ ਪਾਈ ਉਦੋਂ ਮੈਗਨੈਟਿਕ ਫੀਲਡ ਵੀ ਨਹੀਂ ਆਏਗਾ ਤੇ ਉਦੋਂ ਕੋਈ ਮੈਗਨੈਟਿਕ ਫਲਕਸ ਨਹੀਂ ਸੀ। ਜਦੋਂ ਅਸੀਂ ਕੀ ਪੁੱਟ ਕੀਤੀ ਕਰੰਟ ਜਿਹੜਾ ਫਲੋ ਹੋਣਾ ਸ਼ੁਰੂ ਹੋਇਆ। ਕਰੰਟ ਦੇ ਨਾਲ ਮੈਗਨੈਟਿਕ ਫੀਲਡ ਕ੍ਰੀਏਟ ਹੋਇਆ। ਮੈਗਨੈਟਿਕ ਫੀਲਡ ਦੇ ਨਾਲ ਮੈਗਨੈਟਿਕ ਫਲਕਸ ਲਿੰਕਡ ਵਿਦ ਦਾ ਕੋਇਲ। ਜਿਉਂ ਹੀ ਕਰੰਟ ਵਧੇਗਾ, ਜਦੋਂ ਪਾਸ ਹੋਏਗਾ ਕਰੰਟ ਵਧੇਗਾ ਮੈਗਨੈਟਿਕ ਫਲਕਸ ਵੀ ਜਿਹੜਾ ਹੈ ਉਹ ਵਧਦਾ ਜਾਏਗਾ। ਡਿਊ ਟੂ ਮੈਗਨੈਟਿਕ ਫਲਕਸ ਜਿਹੜਾ ਵਧ ਰਿਹਾ, ਕਹਿਣ ਦਾ ਮਤਲਬ ਚੇਂਜਿੰਗ ਮੈਗਨੈਟਿਕ ਫਲਕਸ ਕਰਕੇ ਫੈਰਾਡੇ ਦਾ ਅਸੀਂ ਲਾਅ ਲਗਾਈਏ ਤੇ ਕੀ ਹੋਏਗਾ, ਕੋਇਲ ਦੇ ਅੰਦਰ ਇੱਕ ਇੰਡਿਊਸਡ EMF ਜਿਹੜੀ ਹੈ ਉਹ ਪੈਦਾ ਹੋ ਜਾਏਗੀ। ਕਿਉਂਕਿ ਆਪਾਂ ਪੜਿਆ whenever changing magnetic flux linked with the coil induced EMF is set up in the coil. ਜਦੋਂ ਕਰੰਟ ਪਾਸ ਹੋਇਆ ਕਰੰਟ ਦੇ ਨਾਲ ਇਹਦੇ ਵਿੱਚ ਮੈਗਨੈਟਿਕ ਫਲਕਸ ਲਿੰਕ ਹੋ ਗਿਆ। ਇਸ ਚੇਂਜਿੰਗ ਮੈਗਨੈਟਿਕ ਫਲਕਸ ਕਰਕੇ ਕੋਇਲ ਦੇ ਅੰਦਰ ਇੱਕ ਇੰਡਿਊਸਡ EMF ਜਿਹੜੀ ਹੈ ਉਹ ਪੈਦਾ ਹੋਏਗੀ। ਐਂਡ that induced EMF according to ਜਿਹੜਾ ਲੈਂਜ਼ਸ ਲਾਅ ਤੁਹਾਨੂੰ ਪੜਾਇਆ ਸੀਗਾ, ਲੈਂਜ਼ ਲਾਅ ਦੇ ਅਕੋਰਡਿੰਗ ਕੀ ਹੈ ਕਿ ਜਿਹੜੀ ਚੀਜ਼ ਇਹਨੂੰ ਪੈਦਾ ਕਰ ਰਹੀ ਹੈ ਇਹ ਉਹਨੂੰ ਹੀ ਜਿਹੜਾ ਹੈ ਅਪੋਜ਼ ਕਰੇਗੀ। ਇੰਡਿਊਸਡ EMF ਨੂੰ ਪੈਦਾ ਕਿਹਨੇ ਕੀਤਾ? ਇੰਕਰੀਜ਼ਿੰਗ ਫਲਕਸ ਨੇ। ਤੇ ਇੰਡਿਊਸਡ EMF ਦੀ ਡਾਇਰੈਕਸ਼ਨ ਇਸ ਤਰ੍ਹਾਂ ਪੈਦਾ ਹੋਏਗੀ ਕਿ ਸਾਡੇ ਇੰਕਰੀਜ਼ਿੰਗ ਫਲਕਸ ਨੂੰ ਜਿਹੜਾ ਹੈ ਅਪੋਜ਼ ਕਰੇਗੀ। ਹੁਣ ਸਾਡਾ ਕਰੰਟ ਤੇ ਇੱਥੇ ਵਾਧਾ ਪਿਆ ਸੀ। ਜਿਉਂ-ਜਿਉਂ ਕਰੰਟ ਵਧਦਾ ਹੈ ਮੈਗਨੈਟਿਕ ਫਲਕਸ ਵਧਦਾ ਹੈ। ਇੰਡਿਊਸਡ EMF ਆਪਣੇ ਆਪ ਪੈਦਾ ਹੋ ਗਈ। ਉਹਨੇ ਸਾਡੀ ਕਰੰਟ ਦੀ ਗਰੋਥ ਨੂੰ ਰੋਕਣਾ ਸ਼ੁਰੂ ਕਰਤਾ। ਸਾਡੀ ਕਰੰਟ ਦੀ ਗਰੋਥ ਨੂੰ ਅਪੋਜ਼ ਕਰਨਾ ਸ਼ੁਰੂ ਕਰਤਾ। ਐਂਡ ਦਿਸ ਇਜ਼ ਕਾਲਡ सेल्फ इंडक्शन। सेल्फ मैंने अपने आप, इंडक्शन मैंने अपने आप, इंड्यूस हो गई, पैदा हो गई जिन्हें साडी करंट दी ग्रोथ नू अपोज कीता। इट मीन्स द करंट विल टेक्स फाइनाइट टाइम टू रीच इट्स मैक्सिमम वैल्यू। करंट जिहड़ा है अपनी मैक्सिमम वैल्यू ते पहुंचण दे लई ओनू हुण टाइम लगेगा। क्योंकि जदों, हाँ जी बेटा क्लीयर हो रहा है, एक बार मैं दोबारा रिपीट कर देना है कि जदों कोइल दे विचों करंट लंघिया, जदों कोइल दे विचों करंट लंघिया ते की होया, मैग्नेटिक फ्लक्स लिंक हो गया।
पहला मैग्नेटिक फ्लक्स नहीं सी, मैग्नेटिक फ्लक्स लिंक होया, मैग्नेटिक फ्लक्स करके इंड्यूस्ड ईएमएफ पैदा हुई ते लेंज लॉ दे अकॉर्डिंग उन्हें साडी ग्रोथ ऑफ करंट ਨੂੰ अपोज करना है। साडा करंट ਵਧਣਾ ਚਾਹੁੰਦਾ है पर ईएमएफ ਜਿਹੜੀ ਹੈ ਉਹਦੇ ਅਗੇਂਸਟ ਪੈਦਾ ਹੋਏਗੀ ਜਿਹੜੀ ਸਾਡੀ ਕਰੰਟ ਦੀ ਗਰੋਥ ਨੂੰ ਅਪੋਜ਼ ਕਰੇਗੀ। ਇਹਦਾ ਮਤਲਬ ਸਾਡਾ ਕਰੰਟ ਜਿਹੜਾ ਹੈ ਉਹ ਮੈਕਸਿਮਮ ਹੋਣ ਦੇ ਵਿੱਚ ਕੁਝ ਟਾਈਮ ਲਏਗਾ and that is due to the self induction। now ਤੇ ਜੇ ਮੈਂ ਹੁਣ ਇਥੋਂ ਕੀ ਬਾਹਰ ਨਿਕਾਲ ਦੇਣਾ ਹੈ, ਸਰਕਟ ਆਫ ਕਰਤਾ, ਫਿਰ ਕੀ ਹੋਏਗਾ, ਕਰੰਟ ਹੁਣ ਘਟੇਗਾ ਤੇ ਜਦੋਂ ਕਰੰਟ ਘਟਿਆ ਮੈਗਨੈਟਿਕ ਫਲਕਸ ਵੀ ਜਿਹੜਾ ਹੈ ਹੁਣ ਡਿਕਰੀਜ਼ ਹੋਏਗਾ। ਜਦੋਂ ਮੈਗਨੈਟਿਕ ਫਲਕਸ ਡਿਕਰੀਜ਼ ਹੋਇਆ ਇੰਡਿਊਸਡ ਈਐਮਐਫ ਨੇ ਆਪਣੀ ਡਾਇਰੈਕਸ਼ਨ ਚੇਂਜ ਕਰ ਲਈ। ਲੈਂਜ਼ ਲਾਅ ਦੇ ਅਕੋਰਡਿੰਗ ਕੀ ਹੈ, ਜਿਹੜੀ ਚੀਜ਼ ਇਹਨੂੰ ਪੈਦਾ ਕਰ ਰਹੀ ਹੈ ਉਹਦਾ ਅਪੋਜ਼ ਕਰੇਗੀ। ਹੁਣ ਕਰੰਟ ਘਟਦਾ ਪਿਆ, ਇੰਡਿਊਸਡ ਈਐਮਐਫ ਇਸ ਤਰ੍ਹਾਂ ਪੈਦਾ ਹੋਏਗੀ ਕਿ ਸਾਡੇ ਕਰੰਟ ਨੂੰ ਘਟਣ ਨਹੀਂ ਦੇਗੀ। ਇਹਦਾ ਮਤਲਬ ਸਾਡਾ ਕਰੰਟ ਜਿਹੜਾ ਹੈ ਮੈਕਸਿਮਮ ਟੂ ਜ਼ੀਰੋ ਆਉਣ ਦੇ ਵਿੱਚ ਵੀ ਟਾਈਮ ਲਏਗਾ। ਇਟ ਇਜ਼ ਡਿਊ ਟੂ ਸੈਲਫ ਇੰਡਕਸ਼ਨ। ਇਹਦਾ ਮਤਲਬ ਜਿੱਥੇ ਵੀ ਸਾਡੇ ਕੋਲ ਕੋਆਇਲ ਹੋਏਗਾ, ਕੋਆਇਲ ਦੀ ਇੱਕ ਪ੍ਰੋਪਰਟੀ ਹੈ ਜਿਹਦਾ ਨਾਮ ਹੈ ਸੈਲਫ ਇੰਡਕਸ਼ਨ। ਕੋਆਇਲ ਦੇ ਵਿੱਚ ਕਰੰਟ ਪਾਸ ਕਰਨ ਦੀ ਕੋਸ਼ਿਸ਼ ਕਰੋਗੇ, ਆਪਣੇ ਆਪ ਇੱਕ ਇੰਡਿਊਸਡ ਈਐਮਐਫ ਪੈਦਾ ਹੋਏਗੀ ਜਿਹੜੀ ਸਾਡੀ ਕਰੰਟ ਦੀ ਗਰੋਥ ਨੂੰ ਜਾਂ ਕਰੰਟ ਦੀ ਡਿਕੇ ਨੂੰ ਅਪੋਜ਼ ਕਰੇਗੀ ਐਂਡ ਕਰੰਟ ਵਿਲ ਟੇਕ ਸਮ ਟਾਈਮ to reach the maximum value and to become zero। कुछ ना कुछ टाइम लगेगा। आई थिंक ਤੁਹਾਨੂੰ ਆ ਕਲੀਅਰ ਹੋ ਗਿਆ। आओ ਇਹਦੀ ਡੈਫੀਨੇਸ਼ਨ ਪੜ੍ਹੀਏ। ਇਹ ਪ੍ਰੋਪਰਟੀ ਹੈ, ਕਾਦੀ ਪ੍ਰੋਪਰਟੀ ਹੈ, ਕੋਆਇਲ ਦੀ, ਜਿਹਦੇ ਕਰਕੇ ਕੋਆਇਲ ਕੀ ਕਰੇਗਾ, ਅਪੋਜ਼ ਕਰੇਗਾ। ਕੋਆਇਲ ਆਪਣੇ ਆਪ ਅਪੋਜ਼ ਕਰੇਗਾ ਕਿਹਨੂੰ, ਐਨੀ ਚੇਂਜ ਇਨ ਸਟਰੈਂਥ ਆਫ ਕਰੰਟ। ਐਨੀ ਚੇਂਜ ਇਨ ਸਟਰੈਂਥ ਆਫ ਕਰੰਟ ਦਾ ਮਤਲਬ ਗਰੋਥ ਆਫ ਕਰੰਟ ਜਾਂ ਡਿਕੇ ਆਫ ਕਰੰਟ। ਜੇ ਕਰੰਟ ਵਧਦਾ ਪਿਆ ਤੇ ਕੋਆਇਲ ਉਹਨੂੰ ਵਧਣ ਨਹੀਂ ਦੇਗਾ, ਜੇ ਕਰੰਟ ਘਟਦਾ ਪਿਆ ਤੇ ਕੋਆਇਲ ਵਿੱਚ ਜਿਹੜੀ ਇੰਡਿਊਸਡ ਈਐਮਐਫ ਪੈਦਾ ਹੋਏਗੀ ਉਹ ਕਰੰਟ ਨੂੰ ਘਟਣ ਨਹੀਂ ਦੇਗੀ। ਦੋਨਾਂ ਕੇਸਾਂ 'ਚ ਸਾਨੂੰ ਓਪੋਜੀਸ਼ਨ ਦਾ ਸਾਹਮਣਾ ਕਰਨਾ ਪਏਗਾ। ਠੀਕ ਹੈ, ਕਿਸ ਤਰ੍ਹਾਂ, ਬਾय ਇੰਡਿਊਸਿੰਗ ਐਨ ਇੰਡਿਊਸਡ ਈਐਮਐਫ, ਆਪਣੇ ਆਪ ਅੰਦਰ ਇੱਕ ਈਐਮਐਫ ਪੈਦਾ ਹੋਏਗੀ। ਦਿਸ ਇਜ਼ ਕਾਲਡ ਸੈਲਫ ਇੰਡਕਸ਼ਨ। ਆਓ ਇਸ ਨੂੰ ਅਸੀਂ ਐਕਸਪੈਰੀਮੈਂਟਲੀ ਵੀ ਆਪਾਂ ਵੈਰੀਫਾਈ ਕਰੀਏ। ਇਸ ਸਰਕਟ ਵਿੱਚ ਬੇਟਾ ਤੁਸੀਂ ਦੇਖ ਰਹੇ ਹੋ ਇੱਕ ਸਾਡੇ ਕੋਲ ਕੋਆਇਲ ਹੈ ਜਿਹਦਾ ਨਾਮ ਅਸੀਂ ਰੱਖਿਆ L, ਇੱਕ ਮੇਰੇ ਕੋਲ ਰੈਜ਼ਿਸਟੈਂਸ ਹੈ ਜਿਹਦਾ ਰੈਜ਼ਿਸਟੈਂਸ ਕਿੰਨੀ ਹੈ R। ਇਹਨਾਂ ਦੋਨਾਂ ਦੇ ਨਾਲ ਮੈਂ ਦੋ ਬਲਬ ਜਿਹੜੇ ਨੇ ਉਹ ਅਟੈਚ ਕਰਤੇ ਆ। ਦੋਨੋਂ ਬਲਬ ਜਿਹੜੇ ਮੇਰੇ ਪੈਰਲਲ 'ਚ ਜੁੜੇ ਹੋਏ ਨੇ, B1 ਤੇ B2। ਇੱਕ ਬਲਬ ਇੰਡਕਟਰ ਦੇ ਨਾਲ ਲੱਗਾ ਹੈ, ਬਲਬ ਸਾਡੇ ਕੋਆਇਲ ਦੇ ਨਾਲ, ਤੇ ਦੂਸਰਾ ਬਲਬ ਜਿਹੜਾ ਹੈ ਮੇਰਾ ਰੈਜ਼ਿਸਟੈਂਸ ਦੇ ਨਾਲ ਮੈਂ ਇਹਨੂੰ ਅਟੈਚ ਕਰਤਾ। ਨਾਲ ਅਸੀਂ ਉੱਤੇ ਦੇਖੋ ਇੱਕ ਬੈਟਰੀ ਲਗਾਤੀ ਵਿਦ ਦਾ ਹੈਲਪ ਆਫ ਅ ਕੀ। ਨਾਓ ਜਦੋਂ ਅਸੀਂ ਕੀ ਪੁੱਟ ਕਰਤੀ ਕੀ ਹੋਏਗਾ, ਸਰਕਟ ਕੰਪਲੀਟ ਹੋ ਗਿਆ। ਇਥੋਂ ਕਰੰਟ ਫਲੋ ਹੋਣਾ ਸ਼ੁਰੂ ਹੋਇਆ। ਜਦੋਂ ਕਰੰਟ ਇੱਥੇ ਪਹੁੰਚੇਗਾ ਕੁਝ ਹਿੱਸਾ ਕਰੰਟ ਦਾ ਉੱਪਰ ਜਾਏਗਾ, ਕੁਝ ਹਿੱਸਾ ਕਰੰਟ ਦਾ ਨੀਚੇ ਜਾਏਗਾ। ਨਾਓ ਪਲੀਜ਼ ਟੈਲ ਮੀ ਇਹਨਾਂ ਵਿੱਚੋਂ ਕਿਹੜਾ ਬਲਬ ਛੇਤੀ ਜਗੇਗਾ, ਈਜ਼ਲੀ, ਬਹੁਤ ਈਜ਼ਲੀ ਜਿਹੜਾ ਹੈ ਉਹ ਜਗ ਜਾਏਗਾ, ਘੱਟ ਟਾਈਮ ਲਏਗਾ ਗਲੋ ਹੋਣ ਦੇ ਵਿੱਚ। ਆਪੇ ਸੋਚੋ, ਉੱਪਰ ਕੋਆਇਲ ਹੈਗਾ, ਜਦੋਂ ਕਰੰਟ ਇਹਦੇ ਵਿੱਚੋਂ ਲੰਘੇਗਾ, ਕੋਆਇਲ ਦੇ ਵਿੱਚੋਂ, ਆਪਾਂ ਹੁਣੇ ਪੜਿਆ ਜਦੋਂ ਕਰੰਟ ਇਹਦੇ ਵਿੱਚੋਂ ਲੰਘੇਗਾ ਮੈਗਨੈਟਿਕ ਫਲਕਸ ਲਿੰਕ ਹੋਏਗਾ। ਮੈਗਨੈਟਿਕ ਫਲਕਸ ਲਿੰਕ ਹੋਣ ਕਰਕੇ ਜਿਹੜਾ ਹੈ ਇੰਡਿਊਸਡ ਈਐਮਐਫ ਜਾਂ ਕਰੰਟ ਪੈਦਾ ਹੋਏਗਾ ਜਿਹੜਾ ਸਾਡੇ ਕਰੰਟ ਨੂੰ ਕੀ ਕਰੇਗਾ, ਅਪੋਜ਼ ਕਰੇਗਾ, ਉਹਨੂੰ ਵਧਣ ਨਹੀਂ ਦੇਗਾ। ਤੇ ਹੁਣੇ ਕਿਹਾ ਸੀ ਕਿ ਕਰੰਟ ਜਿਹੜਾ ਹੈ ਆਪਣੀ ਮੈਕਸਿਮਮ ਵੈਲਿਊ ਤੇ ਪਹੁੰਚਣ 'ਚ ਟਾਈਮ ਲਏਗਾ। ਇਹਦਾ ਮਤਲਬ ਜਦੋਂ ਕਰੰਟ ਇਸ ਕੋਆਇਲ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰੇਗਾ, ਇੱਥੇ ਸੈਲਫ ਇੰਡਕਸ਼ਨ ਕਰਕੇ ਕੋਆਇਲ ਜਿਹੜਾ ਕਰੰਟ ਹੈ ਇਟ ਵਿਲ ਟੇਕ ਸਮ ਟਾਈਮ, ਇੱਥੇ ਕਰੰਟ ਨੂੰ ਫਲੋ ਹੋਣ 'ਚ ਟਾਈਮ ਲੱਗੇਗਾ। ਤੇ ਆਹ ਸਿੰਪਲ ਰੈਜ਼ਿਸਟੈਂਸ ਹੈਗੀ ਆ, ਵਾਇਰ ਹੈਗੀ ਆ, ਤੇ ਇਹਦੇ ਵਿੱਚੋਂ ਕਰੰਟ ਈਜ਼ੀਲੀ ਲੰਘ ਜਾਏਗਾ। ਇਹਦਾ ਮਤਲਬ B2 ਜਿਹੜਾ ਬਲਬ ਹੈ ਉਹ ਛੇਤੀ ਗਲੋ ਕਰੇਗਾ, B1 ਹੈ ਕੁਝ ਟਾਈਮ ਬਾਅਦ ਗਲੋ ਕਰੇਗਾ। ਕਿਉਂ? ਕਿਉਂਕਿ ਇਹਦੇ ਵਿੱਚ ਸੈਲਫ ਇੰਡਕਸ਼ਨ ਹੋਣ ਕਰਕੇ ਇੱਕ ਓਪੋਜੀਸ਼ਨ ਮਿਲੇਗੀ ਕਰੰਟ ਨੂੰ ਫਲੋ ਹੋਣ ਦੇ ਲਈ, ਇਸ ਕਰਕੇ ਕਰੰਟ ਵਿਲ ਟੇਕ ਸਮ ਟਾਈਮ ਟੂ ਰੀਚ ਮੈਕਸਿਮਮ ਵੈਲਿਊ। ਇਹ ਕੁਝ ਟਾਈਮ ਬਾਅਦ ਜਗੇਗਾ, ਇਹ ਪਹਿਲਾਂ ਜਿਹੜਾ ਇੱਕ ਇਨਸਟੈਂਟਲੀ ਜਿਹੜਾ ਹੈ ਗਲੋ ਕਰ ਜਾਏਗਾ। ਤੇ ਜੇ ਅਸੀਂ ਇਥੋਂ ਕੀ ਓਪਨ ਕਰ ਦਈਏ
सर्किट क्लोज करता, फिर की होएगा, करंट कटेगा, आ वाला बल्ब तो इमीजिएटली जिहड़ा है ਇਹਦੀ ग्लो खत्म हो जाएगी, बुझ जाएगा। बट यह जिहड़ा बल्ब है छेती बुझेगा नहीं, क्यों? क्योंकि जदों करंट ने विचों कटना है, फिर द्वारा सैल्फ इंडक्शन ने कहना है कि करंट नहीं कटना। जे करंट वधदा है तो सैल्फ इंडक्शन करंट नूं वधन नहीं देंदी, टाइम लगेगा। तो जे करंट हुण घटन लगदा है तो सैल्फ इंडक्शन जिहड़ी है उहनूं अपोज करदी है कि घटना नहीं है। ਇਹਦੇ ਵਿੱਚ ਦੋਨਾਂ ਕੇਸਾਂ ਵਿੱਚ ਜਿਹੜੀ ਆਪੋਜੀਸ਼ਨ ਮਿਲੇਗੀ ਤੇ ਬਲਬ B1 ਇਟ ਵਿਲ ਟੇਕ ਸਮ ਟਾਈਮ ਫॉर ਲਾਈਟ ਆਫ ਇਹਦੀ ਹੋਣ ਵਿੱਚ ਕੁਝ ਟਾਈਮ ਲਏਗਾ। ਇਹ ਸਾਡਾ ਜਿਹੜਾ ਹੈ ਐਕਸਪੈਰੀਮੈਂਟਲੀ ਆਪਾਂ ਵੈਰੀਫਾਈ ਕੀਤਾ। ਨਾਓ ਸੈਲਫ ਇੰਡਕਸ਼ਨ ਨੂੰ ਅਸੀਂ ਇੱਕ ਇਨਰਸ਼ੀਆ ਆਫ ਇਲੈਕਟ੍ਰਿਸਿਟੀ ਵੀ ਬੋਲਦੇ ਹਾਂ। ਸੈਲਫ ਇੰਡਕਸ਼ਨ ਇਜ਼ ਆਲਸੋ ਕਾਲਡ ਇਨਰਸ਼ੀਆ ਆਫ ਇਲੈਕਟ੍ਰਿਸਿਟੀ। ਬੇਟਾ ਇਹ ਵਰਡ ਯਾਦ ਕਰ ਲਓ, ਇਹਨੂੰ ਅਸੀਂ ਇਨਰਸ਼ੀਆ ਆਫ ਇਲੈਕਟ੍ਰਿਸਿਟੀ ਵੀ ਕਹਿੰਦੇ ਆ, ਬਿਕੋਜ਼ ਇਟ ਅਪੋਜ਼ਿਸ ਐਨੀ ਚੇਂਜ ਇਨ ਦਾ ਸਟਰੈਂਥ ਆਫ ਕਰੰਟ, ਗਰੋਥ ਤੇ ਡਿਕੇ। ਹਾਂਜੀ ਬੇਟਾ ਕਲੀਅਰ ਹੈ, ਦੁਬਾਰਾ ਉਹ ਰਿਪੀਟ ਕਰਨ ਦੀ ਲੋੜ ਨਹੀਂ ਹੋਏਗੀ। ਤੁਹਾਨੂੰ ਲੱਗਦਾ ਹੈ ਜੇ ਕਰੰਟ ਵੱਧਦਾ ਹੈ ਤੇ ਕੋਇਲ ਉਹਨੂੰ ਛੇਤੀ ਵਧਣ ਨਹੀਂ ਦਿੰਦਾ। ਕਿਵੇਂ ਰੋਕਦਾ ਉਹਨੂੰ? ਇੰਡਿਊਸਡ ਈਐਮਐਫ ਪੈਦਾ ਕਰਦਾ ਉਹਦੇ ਅਗੇਂਸਟ। ਕਲੀਅਰ ਹੋ ਗਿਆ ਬੇਟਾ? ਦਿਸ ਇਜ਼ ਅ ਸੈਲਫ ਇੰਡਕਸ਼ਨ। ਨਾਓ ਨੈਕਸਟ ਜਿਹੜਾ ਸਾਡਾ टॉपिक है कोफिशिएंट ऑफ सेल्फ इंडक्शन। कोफिशिएंट ऑफ सेल्फ इंडक्शन, व्हाट इज द कोफिशिएंट ऑफ सेल्फ इंडक्शन? लेट फाई की चीज है, मैग्नेटिक फ्लक्स लिंक्ड विद द कॉइल। What is this? It is the magnetic flux linked with coil। ਜਦੋਂ मैं करंट पास किया उदों मैग्नेटिक फ्लक्स लिंक होया कि ना फाई ते आई की चीज है, करंट passing through coil, ਜਿਹੜਾ ਕਰੰਟ ਪਾਸ ਹੋਇਆ। ਨਾਓ ਇਟ ਇਜ਼ ਫਾਊਂਡ ਦੈਟ ਐਕਸਪੈਰੀਮੈਂਟਲੀ ਬੇਟਾ ਪਾਇਆ ਗਿਆ, ਇਟ ਇਜ਼ ਫਾਊਂਡ ਦੈਟ ਜਿਹੜਾ ਫਾਈ ਹੈ ਪ੍ਰਪੋਰਸ਼ਨਲ ਟੂ ਆਈ, ਜਿੰਨਾ ਕਰੰਟ ਜ਼ਿਆਦਾ ਫਲੋ ਹੋਏਗਾ ਕੋਇਲ ਦੇ ਵਿੱਚੋਂ ਉਹਨਾਂ ਮੈਗਨੈਟਿਕ ਫਲਕਸ ਜ਼ਿਆਦਾ ਲਿੰਕ ਕਰੇਗਾ। ਉਹ ਤੇ ਸਿੱਧੀ ਜੀ ਗੱਲ ਹੈ, ਜੇ ਕਰੰਟ ਫਲੋ ਹੋਏਗਾ मैग्नेटिक फील्ड क्रिएट होएगा, तो जे मैग्नेटिक फील्ड क्रिएट होएगा तो फ्लक्स आएगा ही। हुण करंट ज्यादा होने नाल मैग्नेटिक फील्ड बढ़ेगा, तो मैग्नेटिक फील्ड ज्यादा आएगा तो मैग्नेटिक फ्लक्स भी बढ़ेगा। द मैग्नेटिक फ्लक्स लिंक्ड विद द कॉइल इज डायरेक्टली प्रोपोर्शनल टू द करंट पासिंग थ्रू द कॉइल। तो जे करंट नहीं पास करोगे तो मैग्नेटिक फ्लक्स भी नहीं आएगा। और साडे कोल जिहड़ा फाई है इट इज इक्वल टू एल आई। ਜਦੋਂ ਪ੍ਰਪੋਰਸ਼ਨਲ ਦਾ ਸਾਈਨ ਹਟਾ ਦਾਂਗੇ ਤੇ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਕਨਸਟੈਂਟ ਜਿਹੜਾ ਪ੍ਰਪੋਰਸ਼ਨੈਲਿਟੀ ਆਏਗਾ L। ਮੈਂ ਪਿੱਛੇ ਵੀ ਡਾਇਗਰਾਮ 'ਚ ਐਜ਼ ਲਿਖਿਆ ਸੀ। ਐਂਡ ਦਿਸ L ਜਿਹੜਾ ਹੈ L ਇਜ਼ ਕਾਲਡ, ਇਸ ਨੂੰ ਅਸੀਂ ਬੋਲਦੇ ਹਾਂ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ। L ਨੂੰ ਅਸੀਂ ਬੋਲਦੇ ਹਾਂ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ। ਜੇ ਅਸੀਂ ਇੰਨਾ ਵੱਡਾ ਨਹੀਂ ਲਿਖਣਾ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ, ਇੱਕ ਨਾਮ ਹੋਰ ਹੈ, ਇਹਨੂੰ ਸਿੰਪਲੀ ਅਸੀਂ ਸੈਲਫ ਇੰਡਕਟੈਂਸ ਵੀ ਕਹਿ ਸਕਦੇ ਹਾਂ। ਨੋਟ ਕਰ ਲਓ, ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ, ਜੇ ਮਗਰ ਸ਼ਨ ਬੋਲਣਾ ਤੇ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ, ਜਾਂ ਸਿੰਪਲ ਸੈਲਫ ਇੰਡਕਟੈਂਸ। ਟੌਪਿਕ ਦਾ ਨਾਮ ਹੈਗਾ ਸੈਲਫ ਇੰਡਕਸ਼ਨ, ਜਾਂ ਤੇ ਆਏਗਾ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ, ਔਰ ਇਟ ਇਜ਼ ਆਲਸੋ ਸਿੰਪਲੀ ਕਾਲਡ ਸੈਲਫ ਇੰਡਕਟੈਂਸ। ਇਹ ਜੇ ਸਾਡਾ ਜਿਹੜਾ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ, ਜਾਂ ਇਹਨੂੰ ਅਸੀਂ ਬੋਲਦੇ ਹਾਂ ਸੈਲਫ ਇੰਡਕਟੈਂਸ। ਨਾਓ ਇਸ ਫਾਰਮੂਲੇ ਤੋਂ ਇਫ I is equal to 1, मान लो कि साडे कोल I1 है, 1 यूनिट करंट पास कीता है,
दिस इंप्लाई जे आई वन है, देन फाई विल बी इक्वल टू एल। जे आई वन होएगा तो फाई की दे इक्वल होएगा, एल दे इक्वल होएगा। कहने का मतलब है बेटा इथों असी डेफिनेशन बनावांगे ते डेफिनेशन मैं इथे लिखनी नहीं है, तुसी आप समझ के आप लिखनी है। नाउ पहला समझ लो व्हाट इज एल। कोफिशिएंट ऑफ सेल्फ इंडक्टेंस यानी कि इंडक्शन। कोफिशिएंट ऑफ सेल्फ इंडक्शन इज न्यूमेरिकली इक्वल टू, इक्वल आया बेटा की दे इक्वल आया, मैग्नेटिक फ्लक्स लिंक्ड विद द कॉइल। ਅਸੀਂ ਲਿਖਾਂਗੇ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ is numerically equal to, हाँ जी बेटा की दे इक्वल आया, it is numerically equal to, हाँ जी की दे इक्वल है, magnetic flux linked with coil। कदों ਇਹ ਕਦੋਂ ਇਕੁਅਲ ਆਏ, ਜਦੋਂ I ਕਿੰਨਾ ਪੁੱਟ ਕੀਤਾ ਸੀ 1, when unit current pass through the coil या passes through the coil। ਜਦੋਂ ਅਸੀਂ ਇੱਕ ਯੂਨਿਟ ਕਰੰਟ ਪਾਸ ਕਰੀਏ, 1 यूनिट का मतलब 1 एम्पीयर भी कह सकते हैं, 1 यूनिट करंट पास करते हैं, फिर जिन्ना मैग्नेटिक फ्लक्स लिंक होएगा ਉਹਨੂੰ ਅਸੀਂ ਬੋਲਦੇ ਆ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ। ਪਤਾ ਲੱਗਾ ਬੇਟਾ ਡੈਫੀਨੇਸ਼ਨ ਮੈਂ ਵੈਸੇ ਲਿਖ ਹੀ ਦਿੱਤੀ ਹੈ ਤੁਹਾਨੂੰ ਡੈਫੀਨੇਸ਼ਨ। ਨਾਓ ਇਹ ਡੈਫੀਨੇਸ਼ਨ ਸੀਗੀ। ਇਸ ਤੋਂ ਬਾਅਦ ਨਾਓ ਅਕੋਰਡਿੰਗ ਟੂ Faraday's second law, Faraday's second law के according induced EMF is equal to minus d phi by dt। ਅਸੀਂ ਪੜਿਆ ਕਿ induced EMF ਦਾ ਫਾਰਮੂਲਾ minus d phi by dt, ਤੇ ਇੱਥੇ ਅਸੀਂ phi ਦੀ ਵੈਲਿਊ ਪੁੱਟ ਕਰ ਦਾਂਗੇ, ਆਹ ਵਾਲੀ ਨਹੀਂ ਜਿਹੜੀ ਪਿੱਛੇ ਸੀ ਸਾਡੇ ਕੋਲ ਵੈਲਿਊ, ਆਹ ਤੇ ਡੈਫੀਨੇਸ਼ਨ ਬਣਾਈ ਹੈ, ਬਟ ਇੱਥੇ ਲਿਖ ਹੀ ਦਿੰਨੇ ਆ, ਬਟ phi ਕੀ ਦੇ ਇਕੁਅਲ ਸੀ ਮੇਰੇ ਕੋਲ li, but phi is equal to li, therefore ਜੇ phi ਸਾਡਾ li ਦੇ equal ਹੈ, ਇੱਥੇ ਭਰ ਦੋ, therefore e ਦੀ ਵੈਲਿਊ minus d by dt, phi ਦੀ ਜਗ੍ਹਾ ਤੇ ਕਿੰਨਾ ਆ ਜਾਏਗਾ, ਸਾਡੇ ਕੋਲ ਆ ਜਾਏਗਾ li, ਤੇ ਵਿੱਚੋਂ ਅਸੀਂ l ਦੀ ਵੈਲਿਊ ਵਿੱਚੋਂ ਬਾਹਰ ਨਿਕਾਲ ਦਿੱਤੀ ਤੇ ਅੰਦਰ ਆ ਗਿਆ ਸਾਡੇ ਕੋਲ e ਦੀ ਵੈਲਿਊ ਆ ਗਈ minus L di by dt। बेटा यह भी फॉर्मूला जिहड़ा असीं याद रखना है, इंड्यूस्ड EMF दा फॉर्मूला इन टर्म ऑफ सेल्फ इंडक्शन। दिस इज द फॉर्मूला फॉर इंड्यूस्ड EMF। किस रूप च है, सेल्फ इंडक्टेंस या कोफिशिएंट ऑफ सेल्फ इंडक्शन दे रूप च माइनस L di by dt। नाउ इथों भी साडी जिहड़ी है डेफिनेशन बनेगी L दी, जेकर असीं di by dt ਨੂੰ ਅਸੀਂ 1 ਪੁੱਟ ਕਰ ਦਿੰਨੇ ਆ ਮਾਈਨਸ ਸਮੇਤ। ਜੇ ਅਸੀਂ ਮਾਈਨਸ di by dt ਨੂੰ 1 ਪੁੱਟ ਕਰ ਦਈਏ, then e equal to L, then e ਸਾਡੇ ਕੋਲ L ਦੇ ਇਕੁਅਲ ਆ ਜਾਏਗਾ। ਇਹਦਾ ਮਤਲਬ ਹੁਣ ਧਿਆਨ ਨਾਲ ਉਸੇ ਤਰੀਕੇ ਨਾਲ ਡੈਫੀਨੇਸ਼ਨ ਦੇਖੋ, ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ is equal to ਕਿਹਦੇ ਇਕੁਅਲ ਹੈ, ਇੰਡਿਊਸਡ EMF। ਪਹਿਲਾਂ ਫਲਕਸ ਦੇ ਇਕੁਅਲ ਆਈ ਸੀ, ਜਿਹੜਾ ਆਹ ਫਾਰਮੂਲਾ ਸੀ, ਪਹਿਲਾਂ ਮੈਂ ਇਹਦੇ ਅਕੋਰਡਿੰਗ ਡੈਫੀਨੇਸ਼ਨ ਬਣਾਈ ਸੀ, I ਨੂੰ 1 ਪੁੱਟ ਕਰਕੇ ਮੇਰਾ phi ਦੀ ਵੈਲਿਊ ਜਿਹੜੀ ਆਈ ਸੀ L, ਉਥੇ I 1 ਪੁੱਟ ਕਰਕੇ L ਦੀ ਵੈਲਿਊ phi ਦੇ ਇਕੁਅਲ ਆਈ, ਉਥੋਂ ਡੈਫੀਨੇਸ਼ਨ ਲਿਖੀ। ਹੁਣ ਇੱਥੋਂ ਵੀ ਬਣ ਸਕਦੀ ਹੈ, ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ is equal to induced EMF set up in the coil, ਜਿਹੜੀ ਪੈਦਾ ਹੋਈ ਕਦੋਂ, when the rate of decrease, ਇਹ ਮਾਈਨਸ ਲੱਗਾ, ਇਹਦਾ ਮਤਲਬ decrease, when the rate of decrease of current,
di/dt ਨੂੰ ਅਸੀਂ ਰੇਟ ਪੜ੍ਹਦੇ ਹਾਂ। ਰੇਟ ਆਫ ਡਿਕਰੀਜ਼ ਆਫ ਕਰੰਟ ਇਜ਼ 1 ਯੂਨਿਟ। ਜਦੋਂ ਸਾਡਾ ਕਰੰਟ 1 ਯੂਨਿਟ ਰੇਟ ਦੇ ਨਾਲ ਘਟੇ ਤੇ ਜਿੰਨੀ ਜਿਹੜਾ EMF ਪੈਦਾ ਹੋਏਗੀ ਇੰਡਿਊਸਡ, that will give us the value of coefficient of self induction। फिर दोबारा देख लो, coefficient of self induction is equal to induced EMF set up in the coil when the rate of change of current यानी कि rate of decrease माइनस लेके चलिए थे, rate of decrease of current is 1 unit। ਜਦੋਂ करंट 1 यूनिट रेट ਦੇ ਨਾਲ ਘਟੇ ਉਸ ਟਾਈਮ ਤੇ ਜਿੰਨੀ EMF ਜਿਹੜੀ ਪੈਦਾ ਹੋਏਗੀ ਉਹਨੂੰ ਅਸੀਂ ਬੋਲਾਂਗੇ ਕੋਐਫੀਸ਼ੀਐਂਟ ਆਫ ਸੈਲਫ ਇੰਡਕਸ਼ਨ। ਆਈ ਥਿੰਕ ਇਹ ਤੁਹਾਨੂੰ ਇਸ ਤੱਕ ਕਲੀਅਰ ਹੋ ਗਿਆ। ਨਾਓ ਇਹਦਾ ਜਿਹੜਾ ਯੂਨਿਟ ਹੈ ਬੇਟਾ ਉਹਨੂੰ ਤੁਸੀਂ ਯਾਦ ਰੱਖਣਾ ਹੈ। SI ਬਹੁਤ ਹੀ ਇੰਪੋਰਟੈਂਟ ਹੈ, ਪੇਪਰ ਵਿੱਚ ਇਹ ਫਾਈਨਲ ਐਗਜ਼ਾਮ ਚ ਪੁੱਛਿਆ ਜਾਂਦਾ ਹੈ। SI ਯੂਨਿਟ ਆਫ ਜਿਹੜਾ ਕੋਐਫੀਸ਼ੀਐਂਟ ਆਫ ਸੈਲਫ ਇੰਡਕਸ਼ਨ, ਸੈਲਫ ਇੰਡਕਸ਼ਨ ਦਾ SI ਯੂਨਿਟ, ਇਹਦਾ SI ਜਿਹੜਾ ਯੂਨਿਟ ਹੈ ਇਟ ਇਜ਼ ਹੈਨਰੀ। SI ਯੂਨਿਟ ਆਫ ਸੈਲਫ ਇੰਡਕਸ਼ਨ ਜਿਹੜਾ ਹੈ ਇਹਨੂੰ ਬੋਲਦੇ ਆ ਹੈਨਰੀ ਤੇ ਲਿਖਦੇ ਕਾਹਦੇ ਨਾਲ ਅਸੀਂ ਕੈਪੀਟਲ H। ਕੈਪੀਟਲ H ਦਾ ਮਤਲਬ ਹੋਏਗਾ ਅੱਜ ਤੋਂ ਹੈਨਰੀ। ਜਿਵੇਂ ਕੈਪੀਟਲ J ਲਿਖਦੇ ਰਹੇ ਆ ਜਾਊਲ ਵਾਸਤੇ, ਕੈਪੀਟਲ N ਲਿਖਦੇ ਰਹੇ ਆ ਨਿਊਟਨ ਵਾਸਤੇ, ਕੈਪੀਟਲ C ਲਿਖਦੇ ਰਹੇ ਆ ਕੂਲਮ ਵਾਸਤੇ, ਤੇ ਕੋਐਫੀਸ਼ੀਐਂਟ ਆਫ ਸੈਲਫ ਇੰਡਕਸ਼ਨ ਜਿਹੜਾ ਹੈ ਇਹਦੇ ਵਾਸਤੇ ਜਿਹੜਾ ਯੂਨਿਟ ਹੈ ਸਾਡੇ ਕੋਲ ਹੈਨਰੀ। ਆਓ ਇਹਦੀ ਵੀ ਡੈਫੀਨੇਸ਼ਨ ਜਿਹੜੀ ਹੈ ਆਪਾਂ ਹੁਣ ਬਣਾਉਂਦੇ ਆ। ਨਾਓ ਪਹਿਲਾ ਡੈਫੀਨੇਸ਼ਨ ਜਿਹੜੀ ਹੈ ਇਥੋਂ ਬਣਾਵਾਂਗੇ, ਵੀ ਹੈਵ phi equal to Li। ਇਹ ਮੈਂ ਪਿੱਛੇ ਫਾਰਮੂਲਾ ਜਿਹੜਾ ਆਪਾਂ ਬਣਾਇਆ ਸੀ, phi is equal to Li if I ਨੂੰ 1 ਐਂਪੀਅਰ ਪੁੱਟ ਕਰ ਦੋ। ਧਿਆਨ ਦੇਣਾ ਬੇਟਾ, ਪਿੱਛੇ ਮੈਂ ਸਿਰਫ 1 ਲਿਖਿਆ ਸੀ, ਉਦੋਂ ਅਸੀਂ ਸਿਰਫ L ਨੂੰ ਡਿਫਾਈਨ ਕਰਨਾ ਹੈ। L ਕੀ ਹੈ, ਅਸੀਂ ਯੂਨਿਟ ਬਾਰੇ ਨਹੀਂ ਡਿਸਕਸ ਕਰ ਰਹੇ ਸੀ। ਹੁਣ ਅਸੀਂ L ਦਾ ਯੂਨਿਟ ਲਿਖਣਾ ਹੈ। ਹੁਣ ਯੂਨਿਟ ਬਾਰੇ ਹੈਨਰੀ ਆਏਗਾ ਤੇ ਕਰੰਟ ਦਾ ਯੂਨਿਟ ਕਿੰਨਾ ਹੁੰਦਾ ਹੈ 1 ਐਂਪੀਅਰ। ਜੇਕਰ I 1 ਐਂਪੀਅਰ ਹੋਵੇ ਫਿਰ ਕੀ ਹੋਏਗਾ 1 ਹੈਨਰੀ ਕਿਹਦੇ ਕੋਲ ਹੋਏਗਾ। ਇਥੋਂ ਪਹਿਲਾਂ L ਨਿਕਾਲ ਲਓ, ਇਥੋਂ ਅਸੀਂ ਜਿਹੜਾ ਹੈ ਪਹਿਲਾਂ ਅਸੀਂ L ਨਿਕਾਲ ਲੈਂਦੇ ਆ। ਨਾਓ L is equal to phi divided by I। L ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲ phi over I। ਜੇਕਰ phi ਹੋਵੇ 1 ਵੈਬਰ, ਮੈਗਨੈਟਿਕ ਫਲਕਸ ਦਾ ਯੂਨਿਟ ਵੈਬਰ, ਤੇ ਕਰੰਟ ਹੋਵੇ 1 ਐਂਪੀਅਰ, ਤੇ ਦੈਨ L ਜਿਹੜਾ ਹੈ ਉਹ 1 ਹੈਨਰੀ ਹੋਏਗਾ। therefore ਇੱਥੇ ਲਿਖਣ ਲੱਗਾ therefore 1H is equal to 1 ਵੈਬਰ ਪਰ ਐਂਪੀਅਰ। ਫਿਰ ਦੇਖੋ ਜੇ ਮੈਗਨੈਟਿਕ ਫਲਕਸ 1 ਵੈਬਰ ਹੋਵੇ, ਅਸੀਂ SI ਯੂਨਿਟ ਲੱਭ ਰਹੇ ਹਾਂ, ਸਾਰਿਆਂ ਦੇ SI ਯੂਨਿਟ ਭਰਤੇ, L ਦੀ ਜਗ੍ਹਾ ਤੇ ਹੈਨਰੀ ਲਗਾਤਾ, phi ਦੀ ਜਗ੍ਹਾ ਤੇ 1 ਵੈਬਰ ਲਗਾਤਾ, ਕਰੰਟ ਦੀ ਜਗ੍ਹਾ ਤੇ 1 ਐਂਪੀਅਰ, ਤੇ ਉੱਪਰ ਜਾ ਕੇ ਉਹ ਜਿਹੜਾ ਹੈ ਸਾਡੇ ਕੋਲ ਮਾਈਨਸ ਜਿਹੜਾ ਹੈ ਉਹ 1 ਹੋ ਗਿਆ। ਨਾਓ ਮੈਗਨੈਟਿਕ ਜਿਹੜਾ ਹੈਗਾ ਕੋਐਫੀਸ਼ੀਐਂਟ ਆਫ ਸੈਲਫ ਇੰਡਕਸ਼ਨ, ਧਿਆਨ ਨਾਲ ਦੇਖਣਾ ਹੈ, ਕੋਐਫੀਸ਼ੀਐਂਟ ਆਫ ਸੈਲਫ ਇੰਡਕਸ਼ਨ is said to be 1 ਹੈਨਰੀ। ਇਹਨੂੰ 1 ਹੈਨਰੀ ਕਦੋਂ ਕਵਾਂਗੇ? ਕੋਐਫੀਸ਼ੀਐਂਟ ਆਫ ਸੈਲਫ ਇੰਡਕਸ਼ਨ is said to be 1 ਹੈਨਰੀ if magnetic flux ਕਿੰਨਾ ਲਿੰਕ ਕਰੇ, if 1 Weber magnetic flux linked with a coil। ਕਦੋਂ? when 1 ampere current flows through it। ਜਦੋਂ ਕੋਇਲ ਵਿੱਚੋਂ 1 ampere ਕਰੰਟ ਫਲੋ ਕਰੇ, ਉਹਦੇ ਕਰਕੇ ਮੈਗਨੈਟਿਕ ਫਲਕਸ ਕਿੰਨਾ ਲਿੰਕ ਕਰੇ 1 ਵੈਬਰ, ਦੈਨ ਤੁਹਾਡਾ ਜਿਹੜਾ ਕੋਐਫੀਸ਼ੀਐਂਟ ਆਫ ਸੈਲਫ ਇੰਡਕਸ਼ਨ ਜਿਹੜਾ ਹੋਏਗਾ ਉਹਨੂੰ ਅਸੀਂ ਬੋਲਾਂਗੇ 1 ਹੈਨਰੀ। ਬੇਟਾ ਇੱਥੋਂ ਤੁਸੀਂ ਡੈਫੀਨੇਸ਼ਨ ਆਪ ਲਿਖ ਸਕਦੇ ਹੋ, ਦੁਬਾਰਾ ਸੁਣ ਲਓ ਇੱਕ ਵਾਰੀ।
coefficient of self induction is said to be 1 Henry if magnetic flux of 1 Weber linked with the coil when 1 ampere current flows through it. ਜਦੋਂ 1 एम्पीयर करंट फ्लो होए ਤੇ ਮੈਗਨੈਟਿਕ ਫਲਕਸ 1 ਵੈਬਰ ਹੋਏ ਉਹਨੂੰ ਅਸੀਂ 1 ਹੈਨਰੀ ਬੋਲਾਂਗੇ। ਬੇਟਾ ਡੈਫੀਨੇਸ਼ਨ ਪਹਿਲੇ ਵਰਗੀ ਹੈ, ਬਸ ਇਹਦੇ ਵਿੱਚ ਅਸੀਂ ਯੂਨਿਟ ਨਾਲ ਲਗਾ ਦਿੱਤੇ ਨੇ। ਨਾਓ ਹੈਨਰੀ ਦਾ ਡੈਫੀਨੇਸ਼ਨ ਜਿਹੜੀ ਹੈ ਅਸੀਂ ਇੱਕ ਦੂਸਰੇ ਫਾਰਮੂਲੇ ਤੋਂ ਵੀ ਆਪਾਂ ਨਿਕਾਲਾਂਗੇ। ਦੂਸਰਾ ਫਾਰਮੂਲਾ ਸਾਡਾ ਕਿਹੜਾ ਸੀ? E = -L di/dt। ਇਹ ਫਾਰਮੂਲਾ ਵੀ ਅਸੀਂ ਹੁਣੇ ਡਰਾਈਵ ਕੀਤਾ। ਵਿੱਚੋਂ L ਨਿਕਾਲੋ, L ਦੀ ਵੈਲਿਊ ਆ ਜਾਏਗੀ -E, ਬਾਕੀ ਸਾਰਾ ਤੁਹਾਡੇ ਕੋਲ ਹੈ ਨੀਚੇ ਚਲਾ ਜਾਏਗਾ। di/dt ਜਿਹੜਾ ਹੈ ਉਹ ਇਹ ਸਾਰੀ ਵੈਲਿਊ ਉਹਦੇ ਨੀਚੇ ਲੈ ਗਏ, ਮਾਈਨਸ ਉਧਰ ਲੈ ਗਏ। ਨਾਓ L ਦੀ ਜਗ੍ਹਾ ਤੇ 1 ਹੈਨਰੀ ਤੇ E ਦੀ ਜਗ੍ਹਾ ਦੇ ਉੱਤੇ 1 ਵੋਲਟ, ਇਹ ਤੇ ਵੋਲਟ ਹੋ ਗਿਆ, ਡਿਵਾਈਡਡ ਬਾय करंट ते टाइम। करंट ते टाइम का क्या आएगा? 1 एम्पीयर पर सेकंड, क्योंकि करंट ओवर टाइम, करंट हो गया 1 एम्पीयर, टाइम हो गया सेकंड च, ओ पर सेकंड बन गया। ਇਹਦਾ मतलब कोएफिशिएंट ऑफ सेल्फ इंडक्शन अपने आप डेफिनेशन बनाने की बेटा कोशिश करी दी है। नाल बोलो, कोएफिशिएंट ऑफ सेल्फ इंडक्शन इज सेड टू बी, कितना कहेंगे? इज सेड टू बी 1 हेनरी। कोएफिशिएंट ऑफ सेल्फ इंडक्शन इज सेड टू बी 1 हेनरी इफ इंड्यूस्ड ईएमएफ कितनी पैदा होए? इफ इंड्यूस्ड ईएमएफ ऑफ 1 वोल्ट सेट अप इन द कॉइल, जिहड़ी पैदा हुई व्हेन द रेट ऑफ डिक्रीज, क्योंकि माइनस लगा है, रेट ऑफ डिक्रीज ऑफ करंट इज 1 एम्पीयर पर सेकंड। जदों साडा करंट 1 एम्पीयर पर सेकंड दे रेट दे नाल घटे, हाउ फास्ट द करंट जेड़ा डिक्रीज करे, किस फास्ट नाल, कितना फास्ट? 1 एम्पीयर पर सेकंड दे रेट नाल जे करंट घटदा है ते इंड्यूस्ड ईएमएफ 1 वोल्ट पैदा हुंदी है, फिर साडा जेड़ा कोएफिशिएंट ऑफ सेल्फ इंडक्शन है ਉਹਨੂੰ ਅਸੀਂ ਬੋਲਾਂਗੇ 1 ਹੈਨਰੀ। आई थिंक कि ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਇਹ ਕਲੀਅਰ ਹੋ ਗਿਆ कि सेल्फ इंडक्शन प्रॉपर्टी है, की प्रॉपर्टी है? कोआइल दी। ਇਹ क्लियर है, इट इज अ प्रॉपर्टी ऑफ ए कोआइल। दूजी गल करदी की है? ਇਹ ओपोज करती है किनू? ग्रोथ नू। जे करंट कोआइल चो वधदा है ਇਹ ਵਧਣ नहीं देगी, ਇਹਦਾ मतलब करंट विल टेक सम टाइम टू रीच मैक्सिमम वैल्यू। क्लियर? ਤੇ ਜੇ करंट घटदा है ਤੇ ਇਹ उल्ट पैदा हो जाती है, ਇਹ करंट नू घटन नहीं देंदी। फिर करंट जिहड़ा इट विल टेक सम टाइम टू डिके, जीरो होने दे विच भी ये टाइम लैंदा है। यह सिर्फ कोआइल दी प्रॉपर्टी है, जिथे कोआइल होएगा उत्थे सेल्फ इंडक्शन आएगी। अदरवाइज जिहड़ी है यह आम स्ट्रेट वायर वाली चीज़ों दे विच, स्ट्रेट वायर है ਉਹਦੇ ਵਿੱਚ ਸਾਡੇ ਕੋਲ ਇਹ प्रॉपर्टी काम नहीं करती। ਤੇ ਉਸ ਤੋਂ ਬਾਅਦ ਅਸੀਂ ਪੜਿਆ कि ਇਹਦਾ ਜਿਹੜਾ यूनिट ਹੁੰਦਾ है कोएफिशिएंट ऑफ सेल्फ इंडक्शन ਦਾ ਉਹ ਹੈਨਰੀ है। ਤੇ ਅੱਜ ਤੋਂ ਬਾਅਦ ਅਸੀਂ ਜਿੱਥੇ ਵੀ ਕੋਆਇਲ ਪਲਾਟ ਕਰਾਂਗੇ, ਜੇ ਅਸੀਂ ਇਹ ਕੋਆਇਲ ਬਣਾਉਂਦੇ ਆ ਇਹਦੇ ਉੱਤੇ ਅਸੀਂ ਜਿਹੜਾ ਹੈ L ਲਿਖਾਂਗੇ। L ਦਾ ਮਤਲਬ ਹੈ ਕਿ ਇੰਡਕਟਰ। L ਨੂੰ ਅਸੀਂ ਜਿਹੜਾ ਹੈ ਪੜਨਾ ਹੈ ਇੰਡਕਟਰ ਪੜਾਂਗੇ। ਇਹਨੂੰ ਅਸੀਂ ਕੋਆਇਲ ਨੂੰ ਅਸੀਂ ਕਿਸ ਨਾਮ ਨਾਲ ਪੜਦੇ ਆ? ਇਟ ਇਜ਼ ਦਾ ਇੰਡਕਟਰ। ਕੋਆਇਲ ਨੂੰ ਅਸੀਂ ਪੜਾਂਗੇ ਇੰਡਕਟਰ। ਤੇ ਇੰਡਕਟਰ ਨੂੰ ਡਿਨੋਟ ਕਰਨਾ ਕਰਾਂਗੇ ਅਸੀਂ L ਦੇ ਨਾਲ। ਰੈਜ਼ਿਸਟੈਂਸ ਨੂੰ ਕਾਹਦੇ ਨਾਲ ਡਿਨੋਟ ਕਰਦੇ ਆ? ਅਸੀਂ ਰੈਜ਼ਿਸਟੈਂਸ ਨੂੰ R ਦੇ ਨਾਲ ਡਿਨੋਟ ਕਰਦੇ ਆ, ਲਾਈਕ ਦਿਸ। ਇਹ ਸਿੰਬਲ ਹੁੰਦਾ ਸਾਡਾ ਰੈਜ਼ਿਸਟੈਂਸ ਦਾ। ਤੇ ਅੱਜ ਤੋਂ ਜਿਹੜਾ ਹੈ ਆਹ ਵਾਲਾ ਸਿੰਬਲ ਜਿਹੜਾ ਹੈ ਸਾਡਾ ਹੋਏਗਾ ਇੰਡਕਟਰ ਕੋਆਇਲ ਦਾ ਹੋਏਗਾ। ਇਹਦੇ ਵਿੱਚੋਂ ਜਦੋਂ ਕਰੰਟ ਲੰਘੇਗਾ ਤੇ ਓਪੋਜੀਸ਼ਨ ਮਿਲਦੀ ਆ, ਇਹਦੇ ਵਿੱਚੋਂ ਨਹੀਂ ਮਿਲਦੀ। ਇਹਨੂੰ ਅਸੀਂ ਬੋਲਦੇ ਆ ਇੰਡਕਟੈਂਸ, ਇੰਡਕਟਿਵ ਇਫੈਕਟ। ਹਾਂਜੀ ਬੇਟਾ ਕਲੀਅਰ? ਨੈਕਸਟ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਸੋਲੇਨਾਇਡ, ਜਿਹੜਾ ਅਸੀਂ ਪਹਿਲਾਂ ਆਲਰੇਡੀ ਪੜ੍ਹ ਚੁੱਕੇ ਹਾਂ, ਸੋਲੇਨਾਇਡ ਕੋਆਇਲ ਹੁੰਦਾ ਹੈ, ਸਿਲੰਡਰੀਕਲ ਸ਼ੇਪਡ ਜਿਹੜਾ ਸਾਡਾ ਕੋਆਇਲ ਸੀ। ਸੋਲੇਨਾਇਡ ਦੀ ਅਸੀਂ ਸੈਲਫ ਇੰਡਕਟੈਂਸ ਨਿਕਾਲਣੀ ਹੈ। ਕੋਐਫੀਸ਼ੀਐਂਟ ਆਫ ਸੈਲਫ ਇੰਡਕਸ਼ਨ ਬੋਲੋ ਜਾਂ ਸਿੰਪਲੀ ਸ਼ਾਰਟਕਟ ਚ ਬੋਲਣਾ ਹੈ ਸੈਲਫ ਇੰਡਕਟੈਂਸ।
ਉਹ ਅਸੀਂ ਨੈਕਸਟ ਜਿਹੜਾ ਲੈਕਚਰ ਹੈ ਉਹਦੇ 'ਚ ਡਿਸਕਸ ਕਰਾਂਗੇ ਤੇ ਨਾਲ ਅਸੀਂ ਉੱਥੇ ਮਿਊਚੁਅਲ ਇੰਡਕਟੈਂਸ ਜਾਂ ਇੰਡਕਸ਼ਨ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।